ਸਤਿ ਸ਼੍ਰੀ ਅਕਾਲ ਦੋਸਤੋ। ਅੱਜ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਹਾਂ ਬਾਤਾਂ ਦੇਸ਼ ਵਿਦੇਸ਼ ਦੀਆਂ ਵਿੱਚੋਂ ਅਗਲੀ ਬਾਤ ਤਿੰਨ ਗਪੋੜੀਏ। ਇੱਕ ਵਾਰ ਦੀ ਗੱਲ ਹੈ ਕਿ ਤਿੰਨ ਭਰਾ ਸਨ। ਉਹ ਤਿੰਨੇ ਹੀ ਆਪਣੇ ਇਲਾਕੇ ਵਿੱਚ ਗੱਪਾਂ ਮਾਰਨ ਲਈ ਮੰਨੇ ਹੋਏ ਸਨ। ਉਹ ਲੰਮੇ ਸਫ਼ਰ ਤੇ ਤੁਰ ਪੈਂਦੇ ਅਤੇ ਥਾਂ-ਥਾਂ ਜਾ ਕੇ ਮਨ ਘੜਤ ਬਾਤਾਂ ਸੁਣਾਉਂਦੇ ਰਹਿੰਦੇ। ਉਹ ਇੰਨੀਆਂ ਵੱਡੀਆਂ-ਵੱਡੀਆਂ ਗੱਪਾਂ ਮਾਰਦੇ ਕਿ ਸੁਣਨ ਵਾਲੇ ਜਾਂ ਤਾਂ ਉੱਥੋਂ ਉੱਠ ਕੇ ਚਲੇ ਜਾਂਦੇ ਜਾਂ ਗੁੱਸੇ ਵਿੱਚ ਰੋਣ ਹਾਕੇ ਹੋ ਜਾਂਦੇ। ਇੱਕ ਦਿਨ ਇਦਾਂ ਹੀ ਯਾਤਰਾ ਕਰਦੇ ਹੋਏ ਇੱਕ ਰਾਜਕੁਮਾਰ ਕੋਲ ਪਹੁੰਚ ਗਏ। ਉਸ ਰਾਜਕੁਮਾਰ ਨੇ ਸ਼ਾਹੀ ਕੱਪੜੇ ਅਤੇ ਗਹਿਣੇ ਪਹਿਨੇ ਹੋਏ ਸਨ। ਇੰਨੀ ਠਾਠ-ਬਾਠ ਵਾਲਾ ਬੰਦਾ ਉਹਨਾਂ ਨੇ ਪਹਿਲਾਂ ਕਦੀ ਡਿੱਠਾ ਹੀ ਨਹੀਂ ਸੀ। ਉਸ ਨੂੰ ਵੇਖ ਕੇ ਉਹਨਾਂ ਗਪੋੜੀਆਂ ਦੇ ਮਨ ਵਿੱਚ ਖਿਆਲ ਆਇਆ ਕਿ ਕਿਸੇ ਨਾ ਕਿਸੇ ਤਰ੍ਹਾਂ ਗੱਲਾਂ-ਗੱਲਾਂ ਵਿੱਚ ਰਾਜਕੁਮਾਰ ਤੇ ਅਜਿਹਾ ਪ੍ਰਭਾਵ ਪਾਇਆ ਜਾਵੇ ਕਿ ਉਹ ਰਾਜਕੁਮਾਰ ਉਹਨਾਂ ਨੂੰ ਆਪਣੇ ਕੀਮਤੀ ਗਹਿਣੇ ਕੱਪੜੇ ਆਪਣੇ ਆਪ ਦੇਣ ਲਈ ਰਾਜੀ ਹੋ ਜਾਵੇ ਅਤੇ ਇੱਥੋਂ ਤੱਕ ਉਹ ਇਹਨਾਂ ਦੀ ਗੁਲਾਮੀ ਕਰਨ ਲਈ ਵੀ ਤਿਆਰ ਹੋ ਜਾਵੇ। ਉਹਨਾਂ ਨੇ ਆਪਸ ਵਿੱਚ ਸਲਾਹ ਕਰਕੇ ਰਾਜਕੁਮਾਰ ਨੂੰ ਕਿਹਾ, ਰਾਜਕੁਮਾਰ, ਕਿਉਂ ਨਾ ਆਪਾਂ ਅੱਜ ਇੱਕ ਦੂਜੇ ਨੂੰ ਆਪਣੀਆਂ ਪਿਛਲੀਆਂ ਤਿਕੜਮਬਾਜ਼ੀਆਂ ਦੀਆਂ ਬਾਤਾਂ ਸੁਣਾ ਕੇ ਆਨੰਦ ਲਈਏ, ਪਰ ਸ਼ਰਤ ਇਹ ਹੋਵੇ ਕਿ ਕੋਈ ਕਿਸੇ ਦੀ ਗੱਲ ਤੇ ਕੋਈ ਸ਼ੰਕਾ ਜਾਂ ਕਿੰਤੂ ਪਰੰਤੂ ਨਾ ਕਰੇ, ਤੇ ਜੇ ਕਿਸੇ ਨੇ ਵੀ ਦੂਸਰੇ ਦੀ ਗੱਲ ਨੂੰ ਸੁਣ ਕੇ ਭੋਰਾ ਵੀ ਸ਼ੰਕਾ ਜ਼ਾਹਿਰ ਕੀਤਾ ਤਾਂ ਉਹ ਦੂਸਰੇ ਦਾ ਗੁਲਾਮ ਬਣ ਕੇ ਰਹੇਗਾ। ਰਾਜਕੁਮਾਰ ਨੂੰ ਉਹਨਾਂ ਦੀਆਂ ਗੱਲਾਂ ਕੁਝ ਅਜੀਬ ਜਿਹੀਆਂ ਲੱਗੀਆਂ, ਪਰ ਉਸਨੇ ਕੋਈ ਕਿੰਤੂ ਪਰੰਤੂ ਕੀਤੇ ਬਗੈਰ ਉਹਨਾਂ ਦੀ ਸ਼ਰਤ ਮੰਨ ਲਈ ਅਤੇ ਕਿਹਾ, ਮੈਨੂੰ ਤੁਹਾਡੀ ਸ਼ਰਤ ਮਨਜ਼ੂਰ ਹੈ, ਚਲੋ ਕਰੋ ਸ਼ੁਰੂ ਆਪੋ ਆਪਣੀਆਂ ਤਿਕੜਮਬਾਜ਼ੀਆਂ। ਉਹਨਾਂ ਭਰਾਵਾਂ ਨੂੰ ਪੱਕਾ ਯਕੀਨ ਸੀ ਕਿ ਇਸ ਮੁਕਾਬਲੇ ਵਿੱਚ ਉਹ ਤਿੰਨੇ ਭਰਾ ਹੀ ਜਿੱਤਣਗੇ, ਕਿਉਂਕਿ ਅੱਜ ਤੱਕ ਇਦਾਂ ਹੀ ਹੁੰਦਾ ਆਇਆ ਸੀ ਕਿ ਕਦੇ ਵੀ ਕਿਸੇ ਨੇ ਉਹਨਾਂ ਦੀਆਂ ਗੱਲਾਂ ਤੇ ਯਕੀਨ ਨਹੀਂ ਸੀ ਕੀਤਾ ਤੇ ਭਲਾ ਰਾਜਕੁਮਾਰ ਨੂੰ ਕਿਵੇਂ ਯਕੀਨ ਆ ਜਾਵੇਗਾ। ਉਹ ਸਾਡੀ ਗੱਲ ਸੁਣ ਕੇ ਜ਼ਰੂਰ ਹੀ ਕਿੰਤੂ ਪਰੰਤੂ ਕਰੇਗਾ ਅਤੇ ਸ਼ਰਤ ਹਾਰ ਜਾਵੇਗਾ। ਅਤੇ ਅੱਜ ਉਹ ਰਾਜਕੁਮਾਰ ਆਪਣੇ ਗਹਿਣੇ ਕੱਪੜੇ ਉਤਾਰ ਕੇ ਉਹਨਾਂ ਨੂੰ ਦੇ ਦੇਵੇਗਾ ਅਤੇ ਉਹਨਾਂ ਦਾ ਗੁਲਾਮ ਵੀ ਉਸਨੂੰ ਹੁਣ ਬਣਨਾ ਹੀ ਪਵੇਗਾ। ਉਹ ਤਿੰਨੇ ਇਹ ਸੋਚ ਕੇ ਖੁਸ਼ੀ ਵਿੱਚ ਫੁੱਲੇ ਨਹੀਂ ਸਨ ਸਮਾ ਰਹੇ। ਸੋ ਉਹਨਾਂ ਨੇ ਗੱਲਾਂ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਤੁਰੇ ਜਾਂਦੇ ਰਾਹੀ ਨੂੰ ਰੋਕ ਕੇ ਗੁਜ਼ਾਰਿਸ਼ ਕੀਤੀ ਕਿ ਉਹ ਉਹਨਾਂ ਵਿਚਕਾਰ ਇੱਕ ਜੱਜ ਦੀ ਭੂਮਿਕਾ ਨਿਭਾਵੇ ਅਤੇ ਆਖਿਰ ਵਿੱਚ ਇਸ ਮੁਕਾਬਲੇ ਦਾ ਫੈਸਲਾ ਕਰੇ ਕਿ ਕੌਣ ਜਿੱਤਿਆ ਅਤੇ ਕੌਣ ਹਾਰਿਆ। ਉਹ ਰਾਹੀ ਵੀ ਖੁਸ਼ੀ-ਖੁਸ਼ੀ ਜੱਜ ਬਣ ਕੇ ਉਹਨਾਂ ਵਿੱਚ ਸ਼ਾਮਿਲ ਹੋ ਗਿਆ। ਉਹ ਸਾਰੇ ਇੱਕ ਸੰਘਣੀ ਛਾਂ ਵਾਲੇ ਰੁੱਖ ਹੇਠਾਂ ਬੈਠ ਗਏ ਅਤੇ ਬਾਤਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਸਭ ਤੋਂ ਪਹਿਲਾਂ ਉਹਨਾਂ ਗਪੋੜੀਆਂ ਦਾ ਵੱਡਾ ਭਰਾ ਆਪਣੀ ਬਾਤ ਸੁਣਾਉਣ ਲਈ ਉੱਠ ਖੜਾ ਹੋਇਆ। ਚਿਹਰੇ ਤੇ ਮੁਸਕਰਾਹਟ ਲਿਆ ਕੇ ਕਹਿਣ ਲੱਗਾ, ਇੱਕ ਵਾਰ ਦੀ ਗੱਲ ਹੈ, ਜਦੋਂ ਮੈਂ ਨਿੱਕਾ ਜਿਹਾ ਸਾਂ ਤਾਂ ਮੈਨੂੰ ਸ਼ਰਾਰਤ ਸੁੱਝੀ। ਮੇਰਾ ਜੀ ਕੀਤਾ ਕਿ ਮੈਂ ਆਪਣੇ ਭਰਾਵਾਂ ਨੂੰ ਝਕਾਨੀ ਦੇ ਕੇ ਕਿਧਰੇ ਲੁਕ ਜਾਵਾਂ ਤੇ ਉਹ ਮੈਨੂੰ ਲੱਭਦੇ ਰਹਿਣ। ਸੋ ਮੈਂ ਇਹ ਸੋਚ ਕੇ ਆਪਣੇ ਪਿੰਡ ਦੇ ਸਭ ਤੋਂ ਉੱਚੇ ਰੁੱਖ ਤੇ ਚੜ੍ਹ ਕੇ ਪੱਤਿਆਂ 'ਚ ਲੁਕ ਗਿਆ। ਸਾਰਾ ਦਿਨ ਮੇਰੇ ਭਰਾ ਮੈਨੂੰ ਲੱਭਦੇ ਰਹੇ ਪਰ ਮੈਂ ਨਾ ਹੀ ਲੱਭਾ। ਜਦੋਂ ਹਨੇਰਾ ਹੋ ਗਿਆ ਤਾਂ ਮੇਰੇ ਭਰਾਵਾਂ ਨੇ ਮੈਨੂੰ ਲੱਭਣਾ ਛੱਡ ਦਿੱਤਾ ਅਤੇ ਘਰ ਨੂੰ ਵਾਪਸ ਚਲੇ ਗਏ ਤੇ ਫਿਰ ਮੈਂ ਜਦੋਂ ਹੇਠਾਂ ਵੱਲ ਵੇਖਿਆ ਤਾਂ ਮੈਂ ਡਰ ਨਾਲ ਪਰੇਸ਼ਾਨ ਹੋ ਕੇ ਸੋਚਿਆ ਕਿ ਹੁਣ ਮੈਂ ਇੰਨੀ ਥੱਲੇ ਕਿਵੇਂ ਉਤਰੂੰਗਾ। ਪਰ ਮੈਨੂੰ ਪਤਾ ਸੀ ਕਿ ਇੱਕ ਰੱਸੀ ਦੀ ਮਦਦ ਨਾਲ ਮੈਂ ਹੇਠਾਂ ਉਤਰ ਸਕਦਾ ਹਾਂ। ਸੋ ਮੈਂ ਨਾਲ ਦੇ ਘਰ ਰੱਸੀ ਮੰਗਣ ਗਿਆ ਤੇ ਉਹ ਰੱਸੀ ਫੜ ਕੇ ਉਤਰਿਆ ਤੇ ਦੌੜ ਕੇ ਆਪਣੇ ਘਰ ਚਲਿਆ ਗਿਆ। ਜਦੋਂ ਰਾਜਕੁਮਾਰ ਨੇ ਇਹ ਅਟਪਟੀ ਜਿਹੀ ਬਾਤ ਸੁਣੀ ਤਾਂ ਉਸਨੇ ਕੋਈ ਵੀ ਟਿੱਪਣੀ ਨਾ ਕੀਤੀ, ਬਸ ਖੜੇ ਹੋ ਕੇ ਅਗਲੀ ਬਾਤ ਦੀ ਉਡੀਕ ਕਰਨ ਲੱਗਾ। ਤਿੰਨੇ ਭਰਾ ਇਸ ਤੇ ਹੈਰਾਨ ਪਰੇਸ਼ਾਨ ਤਾਂ ਹੋਏ ਪਰ ਸੋਚਣ ਲੱਗੇ, ਚਲੋ ਕੋਈ ਗੱਲ ਨਹੀਂ, ਅਗਲੀ ਬਾਤ ਜ਼ਰੂਰ ਉਸਨੂੰ ਅਚੰਭੇ ਵਿੱਚ ਪਾ ਦੇਵੇਗੀ। ਉਸਨੂੰ ਸੁਣ ਕੇ ਉਸਨੂੰ ਯਕੀਨ ਨਹੀਂ ਆਵੇਗਾ। ਇਸ ਹੌਸਲੇ ਅਤੇ ਯਕੀਨ ਵਿੱਚ ਦੂਸਰੇ ਭਰਾ ਨੇ ਬਾਤ ਸ਼ੁਰੂ ਕੀਤੀ। ਕਹਿਣ ਲੱਗਾ, ਉਸੇ ਦਿਨ ਦੀ ਹੀ ਜਦੋਂ ਮੈਂ ਆਪਣੇ ਨਿੱਕੇ ਭਰਾ ਨੂੰ ਲੱਭਦਾ ਜੰਗਲ ਵਿੱਚ ਪਹੁੰਚ ਗਿਆ, ਮੈਂ ਪਤਾ ਨਹੀਂ ਕੀ ਪਰ ਕੁਝ ਝਾੜੀਆਂ ਵੱਲ ਨੂੰ ਦੌੜਦਾ ਹੋਇਆ ਵੇਖਿਆ। ਮੈਂ ਸੋਚਿਆ ਇਹ ਜ਼ਰੂਰ ਮੇਰਾ ਭਰਾ ਹੀ ਹੋਵੇਗਾ। ਮੈਂ ਉਸਦੇ ਮਗਰ ਭੱਜਾ। ਜਦੋਂ ਮੈਂ ਝਾੜੀਆਂ ਵਿੱਚ ਵੜਿਆ ਤਾਂ ਕੀ ਵੇਖਦਾ ਹਾਂ, ਇਹ ਮੇਰਾ ਭਰਾ ਨਹੀਂ ਬਲਕਿ ਇੱਕ ਭੁੱਖਾ ਚੀਤਾ ਹੈ। ਉਸਨੇ ਮੈਨੂੰ ਖਾ ਜਾਣ ਲਈ ਜਿਉਂ ਹੀ ਆਪਣਾ ਮੂੰਹ ਖੋਲ੍ਹਿਆ, ਇਸ ਤੋਂ ਪਹਿਲਾਂ ਕਿ ਉਹ ਮੈਨੂੰ ਚੱਬ ਕੇ ਖਾ ਜਾਵੇ, ਮੈਂ ਛਾਲ ਮਾਰ ਕੇ ਸਿੱਧਾ ਉਸਦੇ ਢਿੱਡ ਵਿੱਚ ਵੜ ਕੇ ਉਛਲਣ ਕੁੱਦਣ ਅਤੇ ਖੌਰੂ ਪਾਉਣ ਲੱਗ ਪਿਆ। ਉਸਨੂੰ ਪਤਾ ਹੀ ਨਾ ਲੱਗੇ ਕਿ ਅਜੀਬ ਜਿਹਾ ਉਸਦੇ ਢਿੱਡ ਵਿੱਚ ਕੀ ਹੋ ਰਿਹਾ ਹੈ। ਉਸਨੇ ਗੁੱਸੇ ਅਤੇ ਘਬਰਾਹਟ ਵਿੱਚ ਇੰਨੇ ਜ਼ੋਰ ਦੀ ਥੁੱਕਿਆ ਕਿ ਮੈਂ ਉਹਦੇ ਮੂੰਹ ਚੋਂ ਨਿਕਲ ਕੇ ਹਵਾ ਵਿੱਚ ਕਿੰਨੀ ਦੂਰ ਤੱਕ ਉੜਦਾ ਐਨ ਆਪਣੇ ਪਿੰਡ ਦੇ ਵਿਚਕਾਰ ਆ ਡਿੱਗਾ। ਸੋ ਭਾਵੇਂ ਮੈਂ ਉਸ ਵੇਲੇ ਨਿੱਕਾ ਜਿਹਾ ਮੁੰਡਾ ਹੀ ਸਾਂ, ਪਰ ਫਿਰ ਵੀ ਮੈਂ ਆਪਣੇ ਸਾਰੇ ਪਿੰਡ ਨੂੰ ਉਸ ਖਤਰਨਾਕ ਚੀਤੇ ਤੋਂ ਬਚਾ ਲਿਆ ਅਤੇ ਸੱਚ ਮੰਨੇ ਉਸ ਤੋਂ ਬਾਅਦ ਉਹ ਚੀਤਾ ਡਰਦਾ ਮਾਰਾ ਕਦੇ ਸਾਡੇ ਪਿੰਡ ਦੇ ਨੇੜੇ ਤੇੜੇ ਵੀ ਨਹੀਂ ਫਟਕਿਆ। ਇਸ ਬਾਤ ਤੋਂ ਬਾਅਦ ਵੀ ਰਾਜਕੁਮਾਰ ਨੇ ਕੋਈ ਟਿੱਪਣੀ ਨਾ ਕੀਤੀ।
ਬਸ ਇੰਨਾ ਹੀ ਕਿਹਾ ਕਿ ਹੁਣ ਤੀਸਰੀ ਬਾਤ ਸੁਣਾਈ ਜਾਵੇ। ਰਾਜਕੁਮਾਰ ਦੇ ਇਸ ਤਰ੍ਹਾਂ ਦੇ ਰਵੱਈਏ ਤੇ ਤਿੰਨੇ ਭਰਾ ਬੜੇ ਬੇਚੈਨ ਤਾਂ ਹੋ ਗਏ, ਪਰ ਹਾਲੇ ਉਹਨਾਂ ਕੋਲ ਇੱਕ ਬਾਤ ਹੋਰ ਵੀ ਹੈਗੀ ਸੀ। ਜਦੋਂ ਤੀਸਰਾ ਭਰਾ ਬਾਤ ਸੁਣਾਉਣ ਲਈ ਖੜਾ ਹੋਇਆ ਤਾਂ ਉਸਦੇ ਮੱਥੇ ਤੇ ਤਿਉੜੀਆਂ ਪੈ ਗਈਆਂ, ਪਰ ਫਿਰ ਵੀ ਉਸਨੂੰ ਆਪਣੇ ਆਪ ਤੇ ਪੂਰਾ ਭਰੋਸਾ ਸੀ ਕਿ ਇਸ ਵਾਰ ਉਹ ਆਪਣੇ ਕੋਲੋਂ ਜੋੜ ਕੇ ਇੰਨੀ ਅਟਪਟੀ ਬਾਤ ਸੁਣਾਏਗਾ ਕਿ ਰਾਜਕੁਮਾਰ ਨੂੰ ਉਸਦੀ ਕਹਿਣੀ ਤੇ ਜ਼ਰੂਰ ਹੀ ਸੰਦੇਹ ਹੋਵੇਗਾ। ਉਸਨੇ ਆਪਣੀ ਬਾਤ ਛੇੜੀ, ਕਹਿਣ ਲੱਗਾ, ਇੱਕ ਵਾਰ ਜਦ ਮੈਂ ਦਰਿਆ ਦੇ ਕੰਢੇ ਕੰਢੇ ਤੁਰਿਆ ਜਾ ਰਿਹਾ ਸਾਂ ਤਾਂ ਮੈਂ ਵੇਖਿਆ ਕਿ ਸਾਰੇ ਮਛੇਰੇ ਬੜੇ ਨਿੰਮੋ ਝੂਣੇ ਜਿਹੇ ਬੈਠੇ ਸਨ। ਮੈਂ ਉਹਨਾਂ ਨੂੰ ਪੁੱਛਿਆ ਕਿ ਉਹ ਸਾਰੇ ਇੰਨੇ ਉਦਾਸ ਕਿਉਂ ਬੈਠੇ ਹਨ, ਤਾਂ ਉਹਨਾਂ ਨੇ ਮੈਨੂੰ ਦੱਸਿਆ ਕਿ ਉਹ ਇੱਕ ਹਫ਼ਤੇ ਤੋਂ ਕੋਈ ਵੀ ਮੱਛੀ ਨਹੀਂ ਫੜ ਸਕੇ। ਨਤੀਜੇ ਵਜੋਂ ਉਹਨਾਂ ਦੇ ਟੱਬਰ ਭੁੱਖਣ ਭਾਣੇ ਬੈਠੇ ਹਨ। ਮੈਂ ਉਹਨਾਂ ਨੂੰ ਕਿਹਾ ਕਿ ਮੈਂ ਤੁਹਾਡੀ ਮਦਦ ਲਈ ਜ਼ਰੂਰ ਕੁਝ ਕਰ ਸਕਦਾ ਹਾਂ। ਇਹ ਕਹਿ ਕੇ ਮੈਂ ਦਰਿਆ ਵਿੱਚ ਚੁੱਭੀ ਲਾਈ ਅਤੇ ਚੁੱਭੀ ਲਾਉਂਦਿਆਂ ਹੀ ਇੱਕ ਮੱਛੀ ਦਾ ਰੂਪ ਧਾਰ ਲਿਆ। ਮੈਂ ਉਨੀ ਦੇਰ ਤੱਕ ਲਗਾਤਾਰ ਤਰਦਾ ਰਿਹਾ ਜਦੋਂ ਤੱਕ ਮੈਨੂੰ ਉਹਨਾਂ ਦੀ ਸਮੱਸਿਆ ਦਾ ਹੱਲ ਨਹੀਂ ਲੱਭ ਗਿਆ। ਮੈਂ ਇੱਧਰ ਉੱਧਰ ਤਰ ਕੇ ਪਤਾ ਲਾ ਲਿਆ ਕਿ ਇੱਕ ਦੈਂਤ ਮੱਛੀ ਨੇ ਦਰਿਆ ਦੀਆਂ ਸਾਰੀਆਂ ਹੀ ਮੱਛੀਆਂ ਹੜੱਪ ਕਰ ਲਈਆਂ ਹਨ ਤੇ ਹੁਣ ਖੁਦ ਮਛੇਰਿਆਂ ਦੇ ਜਾਲ ਤੋਂ ਬਚਦੀ ਫਿਰਦੀ ਹੈ। ਫਿਰ ਅਚਾਨਕ ਉਸ ਦੈਂਤ ਮੱਛੀ ਨੇ ਮੈਨੂੰ ਵੇਖ ਲਿਆ ਤੇ ਮੈਨੂੰ ਵੀ ਹੜੱਪ ਕਰ ਜਾਣ ਲਈ ਜਿਉਂ ਹੀ ਮੇਰੇ ਪਾਸ ਆਈ ਤਾਂ ਮੈਂ ਉਹਦੇ ਅੱਖ ਝਪਕਦੇ ਹੀ ਆਪਣੇ ਅਸਲੀ ਮਨੁੱਖੀ ਜਾਮੇ ਵਿੱਚ ਤਬਦੀਲ ਹੋ ਗਿਆ ਅਤੇ ਆਪਣੀ ਤਲਵਾਰ ਦੇ ਇੱਕੋ ਵਾਰ ਨਾਲ ਉਸਦਾ ਢਿੱਡ ਪਾੜ ਦਿੱਤਾ। ਇਸ ਦੇ ਨਾਲ ਹੀ ਜਿੰਨੀਆਂ ਵੀ ਮੱਛੀਆਂ ਉਸ ਦੈਂਤ ਮੱਛੀ ਦੇ ਢਿੱਡ ਅੰਦਰ ਹੜੱਪ ਕੀਤੀਆਂ ਹੋਈਆਂ ਸਨ ਝਟਪਟ ਬਾਹਰ ਆ ਗਈਆਂ ਅਤੇ ਉਹਨਾਂ ਵਿੱਚੋਂ ਬਹੁਤ ਸਾਰੀਆਂ ਉਹਨਾਂ ਮਛੇਰਿਆਂ ਦੇ ਜਾਲ ਵਿੱਚ ਫਸ ਗਈਆਂ। ਜਦੋਂ ਮੈਂ ਕੰਢੇ ਤੇ ਵਾਪਸ ਆਇਆ ਤਾਂ ਕਿੰਨੀਆਂ ਸਾਰੀਆਂ ਮੱਛੀਆਂ ਮੇਰਾ ਧੰਨਵਾਦ ਕਰਨ ਮੇਰੇ ਕੋਲ ਆਈਆਂ, ਕਿਉਂਕਿ ਮੈਂ ਉਹਨਾਂ ਨੂੰ ਦੈਂਤ ਮੱਛੀ ਦੇ ਢਿੱਡ ਚੋਂ ਕੱਢ ਕੇ ਬਚਾਇਆ ਜੋ ਸੀ। ਤੇ ਜਦੋਂ ਮਛੇਰਿਆਂ ਨੇ ਕਈ ਮੱਛੀਆਂ ਮੇਰੇ ਆਲੇ ਦੁਆਲੇ ਖੁਸ਼ੀ ਵਿੱਚ ਨੱਚਦੀਆਂ ਟੱਪਦੀਆਂ ਵੇਖੀਆਂ ਤਾਂ ਉਹਨਾਂ ਨੇ ਖੁਸ਼ ਹੋ ਕੇ ਮੈਨੂੰ ਬਹੁਤ ਸਾਰੇ ਇਨਾਮਾਂ ਨਾਲ ਨਿਵਾਜ਼ਿਆ। ਜਦੋਂ ਇਹ ਬਾਤ ਵੀ ਮੁੱਕੀ ਤਾਂ ਇਸ ਉੱਪਰ ਵੀ ਰਾਜਕੁਮਾਰ ਨੇ ਕੋਈ ਕਿੰਤੂ ਪਰੰਤੂ ਨਾ ਕੀਤਾ। ਹੁਣ ਤਾਂ ਤਿੰਨੇ ਗਪੋੜੀਏ ਬਹੁਤ ਹੀ ਪਰੇਸ਼ਾਨ ਹੋ ਗਏ, ਪਰ ਉਹਨਾਂ ਨੇ ਸੋਚਿਆ ਕਿ ਹੁਣ ਜਦੋਂ ਰਾਜਕੁਮਾਰ ਬਾਤ ਸੁਣਾਏਗਾ ਤਾਂ ਉਹ ਵੀ ਉਸਦੇ ਕਿਸੇ ਸ਼ਬਦ ਤੇ ਸੰਦੇਹ ਨਹੀਂ ਕਰਨਗੇ ਤੇ ਆਪੇ ਗੱਲ ਬਰਾਬਰ ਹੋ ਜਾਵੇਗੀ। ਸੋ ਹੁਣ ਰਾਜਕੁਮਾਰ ਵੀ ਬਾਤ ਸੁਣਾਉਣ ਲੱਗਾ। ਕਹਿੰਦਾ, ਮੈਂ ਬਹੁਤ ਹੀ ਧਨਵਾਨ ਅਤੇ ਜ਼ਮੀਨ ਜਾਇਦਾਦ ਦਾ ਮਾਲਕ ਇੱਕ ਰਾਜਕੁਮਾਰ ਹਾਂ। ਮੈਂ ਅੱਜ ਕੱਲ੍ਹ ਆਪਣੇ 3 ਗੁਲਾਮਾਂ ਦੀ ਤਲਾਸ਼ ਵਿੱਚ ਹਾਂ ਜੋ ਮੈਨੂੰ ਚਕਮਾ ਦੇ ਕੇ ਕਿਧਰੇ ਚਲੇ ਗਏ ਹਨ। ਮੈਂ ਹਰ ਤਰ੍ਹਾਂ ਨਾਲ ਹਰ ਥਾਂ ਉਹਨਾਂ ਨੂੰ ਲੱਭੀ ਹੀ ਜਾ ਰਿਹਾ ਹਾਂ ਕਿਉਂਕਿ ਉਹ ਤਿੰਨੇ ਮੇਰੇ ਲਈ ਬੜੇ ਕੀਮਤੀ ਨੇ। ਜਿਉਂ ਹੀ ਹੁਣ ਥੱਕ ਹਾਰ ਕੇ ਮੈਂ ਉਹਨਾਂ ਦੀ ਤਲਾਸ਼ ਛੱਡ ਦੇਣ ਬਾਰੇ ਸੋਚ ਰਿਹਾ ਸੀ ਕਿ ਮੇਰੀ ਖੁਸ਼ਕਿਸਮਤੀ ਵੇਖੋ ਕਿ ਤੁਸੀਂ ਮੈਨੂੰ ਆਪੇ ਹੀ ਮਿਲ ਗਏ। ਹੁਣ ਮੇਰੀ ਭਾਲ ਮੁੱਕ ਗਈ ਹੈ ਕਿਉਂਕਿ ਤੁਸੀਂ ਤਿੰਨੇ ਹੀ ਤਾਂ ਹੋ ਮੇਰੇ ਗਵਾਚੇ ਹੋਏ ਗੁਲਾਮ। ਜਦੋਂ ਤਿੰਨਾਂ ਭਰਾਵਾਂ ਨੇ ਰਾਜਕੁਮਾਰ ਦੇ ਮੂੰਹੋਂ ਇਹ ਸ਼ਬਦ ਸੁਣੇ ਤਾਂ ਉਹ ਹੱਕੇ ਬੱਕੇ ਰਹਿ ਗਏ, ਦੋਵੇਂ ਪਾਸਿਓਂ ਫਸੇ। ਹੁਣ ਜੇਕਰ ਉਹ ਰਾਜਕੁਮਾਰ ਦੀ ਸੁਣਾਈ ਬਾਤ ਨਾਲ ਸਹਿਮਤ ਹੋ ਜਾਂਦੇ ਹਨ ਤਾਂ ਸਮਝੋ ਕਿ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਅਤੇ ਇਸ ਗੱਲ ਤੇ ਮੋਹਰ ਲਾ ਦਿੰਦੇ ਹਨ ਕਿ ਉਹੀ ਤਿੰਨੇ ਉਸਦੇ ਗਵਾਚੇ ਹੋਏ ਗੁਲਾਮ ਨੇ। ਜੇ ਉਹ ਉਸਦੀ ਬਾਤ ਤੇ ਕੋਈ ਕਿੰਤੂ ਪਰੰਤੂ ਕਰਦੇ ਹਨ ਤਾਂ ਸ਼ਰਤ ਹਾਰ ਜਾਂਦੇ ਹਨ ਅਤੇ ਸ਼ਰਤ ਮੁਤਾਬਕ ਵੀ ਉਹਨਾਂ ਨੂੰ ਰਾਜਕੁਮਾਰ ਦੇ ਗੁਲਾਮ ਹੀ ਬਣਨਾ ਪੈਣਾ ਹੈ। ਸੋ ਤਿੰਨੇ ਭਰਾ ਉਸ ਰਾਜਕੁਮਾਰ ਦੀ ਇਸ ਸਿਆਸਤ ਭਰੀ ਲਿਆਕਤ ਤੋਂ ਬਹੁਤ ਪ੍ਰਭਾਵਿਤ ਅਤੇ ਪਰੇਸ਼ਾਨ ਹੋ ਗਏ, ਪਰ ਮੂੰਹੋਂ ਇੱਕ ਵੀ ਸ਼ਬਦ ਬੋਲਣ ਜੋਗੇ ਨਾ ਰਹੇ। ਉਹ ਰਾਹੀ ਜਿਸਨੂੰ ਇਸ ਫੜਾਂ ਦੇ ਮੁਕਾਬਲੇ ਦਾ ਜੱਜ ਬਣਾਇਆ ਗਿਆ ਸੀ, ਹੁਣ ਉਸਦੀ ਬੋਲਣ ਅਤੇ ਫੈਸਲਾ ਸੁਣਾਉਣ ਦੀ ਵਾਰੀ ਆ ਗਈ। ਉਸਨੇ ਚੁੱਪਚਾਪ ਬੜੇ ਹੀ ਧਿਆਨ ਨਾਲ ਇਹ ਸਭ ਕੁਝ ਸੁਣਿਆ, ਵੇਖਿਆ ਅਤੇ ਵਿਚਾਰਿਆ। ਉਸਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਇਸ ਮੁਕਾਬਲੇ ਵਿੱਚ ਬਗੈਰ ਕਿਸੇ ਪੱਖਪਾਤ ਦੇ ਰਾਜਕੁਮਾਰ ਦੀ ਜਿੱਤ ਹੋਈ ਹੈ ਅਤੇ ਤਿੰਨਾਂ ਭਰਾਵਾਂ ਨੂੰ ਰਾਜਕੁਮਾਰ ਦੇ ਗੁਲਾਮ ਬਣ ਕੇ ਰਹਿਣਾ ਪਵੇਗਾ। ਪਰ ਰਾਜਕੁਮਾਰ ਨੇ ਉਹਨਾਂ ਤਿੰਨਾਂ ਨੂੰ ਆਪਣਾ ਗੁਲਾਮ ਨਹੀਂ ਸੀ ਬਣਾਇਆ, ਬਲਕਿ ਉਹਨਾਂ ਕੋਲੋਂ ਇਹ ਵਾਅਦਾ ਲੈ ਕੇ ਉਹਨਾਂ ਨੂੰ ਆਪਣੇ ਪਿੰਡ ਮੁੜ ਜਾਣ ਦੀ ਇਜਾਜ਼ਤ ਦੇ ਦਿੱਤੀ ਕਿ ਉਹ ਤਿੰਨੇ ਹੁਣ ਅੱਗੇ ਤੋਂ ਏਦਾਂ ਝੂਠੀਆਂ ਕਹਾਣੀਆਂ ਨਹੀਂ ਘੜਨਗੇ ਅਤੇ ਮਿਹਨਤ, ਸੱਚਾਈ ਅਤੇ ਇਮਾਨਦਾਰੀ ਨਾਲ ਰਹਿਣਗੇ। ਧੰਨਵਾਦ।